ਕੋਈ ਵੀ ਫੂਡ ਲੈਨੇ ਆ ਔਰ ਉਹਨੂੰ ਚਿੱਥਣਾ ਜਿਹੜਾ ਹੈਗਾ ਆ ਉਹ ਬਹੁਤ ਜ਼ਰੂਰੀ ਹੈ। ਤੁਹਾਡੇ ਮੂੰਹ ਦੇ ਵਿੱਚ ਹੀ ਤਕਰੀਬਨ ਅੱਧੇ ਤੋਂ ਜ਼ਿਆਦਾ ਜਿਹੜਾ ਡਾਈਜੈਸ਼ਨ ਹੈਗਾ ਆ ਉਹਦੀ ਕਿਰਿਆ ਤੁਹਾਡੇ ਮੂੰਹ ਦੇ ਵਿੱਚ ਹੀ ਪੂਰੀ ਹੋ ਸਕਦੀ ਆ ਅਗਰ ਤੁਸੀਂ ਉਹਨੂੰ ਅੱਛੀ ਤਰ੍ਹਾਂ ਦੇ ਨਾਲ ਚਿੱਥ ਕੇ ਭੋਜਨ ਖਾਂਦੇ ਹੋ। ਅਗਰ ਉਹਨੂੰ ਚਿੱਥਦੇ ਨਹੀਂ ਹੈ, ਉਸੇ ਤਰ੍ਹਾਂ ਅੰਦਰ ਸਿੱਟੀ ਜਾਂਦੇ ਹੋ, ਤੇ ਇਹਦਾ ਮਤਲਬ ਕੀ ਆ ਕਿ ਇਹਦਾ ਮਤਲਬ ਇਹ ਆ ਕਿ ਤੁਹਾਡੇ ਬੋਡੀ ਦੇ ਜਿਹੜੇ ਹੋਰ ਜੂਸਿਸ ਹੈਗੇ ਆ, ਸਟਮਕ ਹੈ, ਅੰਦਰਾਂ ਹੈ, ਉਹਨਾਂ ਨੂੰ ਬਹੁਤ ਜ਼ਿਆਦਾ ਕੰਮ ਕਰਨਾ ਪੈਂਦਾ ਆ ਉਸ ਸਿਸਟਮ ਨੂੰ, ਉਸ ਫੂਡ ਨੂੰ ਡਾਈਜੈਸਟ ਕਰਨ ਦੇ ਲਈ। ਤੇ ਇਸ ਲਈ ਤੁਹਾਡਾ ਜ਼ਰੂਰੀ ਆ ਕਿ ਤੁਸੀਂ ਉਸ ਫੂਡ ਨੂੰ ਅੱਛੀ ਤਰ੍ਹਾਂ, ਮਤਲਬ ਪਹਿਲਾਂ ਤਾਂ ਬਣਿਆ ਅੱਛੀ ਤਰ੍ਹਾਂ ਹੋਣਾ ਚਾਹੀਦਾ ਆ, ਦੂਸਰਾ ਉਹਨੂੰ ਚਿੱਥ ਕੇ ਖਾਣਾ ਚਾਹੀਦਾ ਆ, ਔਰ ਤੀਸਰਾ ਇਹ ਆ ਕਿ ਜਦੋਂ ਤੁਸੀਂ ਖਾਣਾ ਖਾਣੇ ਆ ਤੇ ਤੁਹਾਡੀ ਡਿਸਟਰੈਕਸ਼ਨ ਨਹੀਂ ਹੋਣੀ ਚਾਹੀਦੀ। ਤੁਹਾਡਾ ਸਿਰਫ ਸਾਰੇ ਦਾ ਸਾਰਾ ਜਿਹੜਾ ਧਿਆਨ ਹੋਣਾ ਉਹ ਖਾਣੇ ਵੱਲ ਹੋਣਾ ਚਾਹੀਦਾ, ਨਾ ਕਿ ਤੁਸੀਂ ਕੋਈ ਬੁੱਕ ਪੜ੍ਹਦੇ ਆ ਨਾਲ ਜਾਂ ਅਖਬਾਰ ਪੜ੍ਹਦੇ ਆ ਜਾਂ ਕੋਈ ਟੀਵੀ ਦੇਖਦੇ ਆ, ਉਹ ਵੀ ਨਹੀਂ ਹੋਣਾ ਚਾਹੀਦਾ। ਉਹਦੇ ਨਾਲ ਤੁਹਾਡੀ ਡਾਈਜੈਸ਼ਨ ਵੀ ਸਹੀ ਰਹੇਗੀ ਔਰ ਤੁਹਾਡੀ ਇਮਿਊਨਿਟੀ ਜਿਹੜੀ ਹੈਗੀ ਆ ਖਾਸ ਤੌਰ ਦੇ ਉੱਤੇ ਉਹ ਵਧੇਗੀ। ਫਿਰ ਦੂਸਰੀ ਚੀਜ਼ ਹੈ ਐਕਸਰਸਾਈਜ਼। ਐਕਸਰਸਾਈਜ਼ ਦੇ ਵਿੱਚ ਹਰ ਇੱਕ ਬੋਡੀ ਦੇ ਅੰਗ ਨੂੰ ਹਿਲਾਉਣਾ ਜਿਹੜਾ ਹੈਗਾ ਆ ਉਹ ਬਹੁਤ ਜ਼ਰੂਰੀ ਹੈਗਾ ਆ, ਔਰ ਔਨ ਦਾ ਮੂਵ ਰਹਿਣਾ ਬਹੁਤ ਜ਼ਰੂਰੀ ਹੈ। ਅਗਰ ਤੁਸੀਂ ਬੈਠੇ ਰਹਿੰਦੇ ਹੋ ਜਾਂ ਐਕਸਰਸਾਈਜ਼ ਨਹੀਂ ਕਰਦੇ ਤਾਂ ਉਹ ਵੀ ਇੱਕ ਕਾਰਨ ਬਣਦਾ ਆ ਕਿ ਤੁਹਾਡੀ ਜਿਹੜੀ ਇਮਿਊਨਿਟੀ ਹੈਗੀ ਆ ਉਹਨੂੰ ਮਤਲਬ ਬਹੁਤ ਘਟਾਉਂਦੀ ਹੈਗੀ ਆ। ਉਹਦੇ ਵਿੱਚ ਕੀ ਆ, ਇੱਕ ਐਰੋਬਿਕ ਐਕਸਰਸਾਈਜ਼ਸ ਹੈਗੀਆਂ ਆ, ਫਿਰ ਸਟ੍ਰੈਚਿੰਗ ਔਰ ਸਟਰੈਂਥਨਿੰਗ ਐਕਸਰਸਾਈਜ਼ਸ ਹੈਗੀਆਂ ਆ, ਔਰ ਇੱਕ ਬੈਲੈਂਸ ਦੀ ਐਕਸਰਸਾਈਜ਼ ਜਿਹੜੇ ਸਿਆਣੇ ਲੋਕ ਹੈਗੇ ਆ, ਅਡਲਟਸ ਐਲਡਰਲੀ ਲੋਕ ਹੈਗੇ ਆ, ਉਹਨਾਂ ਲਈ ਬੈਲੈਂਸਿੰਗ ਦੀ ਜਿਹੜੀ ਐਕਸਰਸਾਈਜ਼ ਹੈਗੀ ਆ ਉਹ ਵੀ ਬਹੁਤ ਜ਼ਰੂਰੀ ਹੈਗੀ ਆ। ਔਰ ਫਿਰ ਹੈ ਸਲੀਪ, ਜਿਹੜੀ ਕਿ 7 ਤੋਂ 8 ਘੰਟੇ ਨੀਂਦ ਜਿਹੜੀ ਆ ਉਹ ਬਹੁਤ ਜ਼ਰੂਰੀ ਹੈਗੀ ਆ। ਨੀਂਦ ਦੇ ਵਿੱਚ ਤੁਸੀਂ ਤੁਹਾਡੀ ਸਾਰੀ ਬੋਡੀ ਦੀ ਰਿਪੇਅਰ ਜਿਹੜੀ ਹੈਗੀ ਆ ਉਹ ਨੀਂਦ ਦੇ ਵਿੱਚ ਹੁੰਦੀ ਆ। ਅਗਰ ਤੁਹਾਨੂੰ ਸਾਊਂਡ ਸਲੀਪ ਆਉਂਦੀ ਆ ਤੇ ਉਸ ਦੇ ਵਿੱਚ ਹੀ ਤੁਹਾਡੀ ਬੋਡੀ ਦੀ ਰਿਪੇਅਰ ਹੁੰਦੀ ਆ। ਅਗਰ ਤੁਸੀਂ ਸਾਊਂਡ ਸਲੀਪ ਨਹੀਂ ਲੈਂਦੇ ਜਾਂ ਘੱਟ ਲੈਂਦੇ ਆ ਤੇ ਫਿਰ ਉਹ ਤੁਹਾਡੀ ਬੋਡੀ ਦੀ ਰਿਪੇਅਰ ਜਿਹੜੀ ਹੈਗੀ ਆ ਉਹ ਡਿਵੈਲਪਮੈਂਟ ਔਰ ਰਿਪੇਅਰ ਜਿਹੜੀ ਆ ਉਹਨੂੰ ਕਾਫੀ ਨੁਕਸਾਨ ਹੁੰਦਾ ਹੈਗਾ। ਅੱਜ ਕੱਲ ਸਨਸ਼ਾਈਨ ਜਿਹੜੀ ਹੈ ਬਹੁਤ ਅਵੇਲੇਬਲ ਹੈ ਇੰਡੀਆ ਦੇ ਵਿੱਚ। ਇੱਕ ਬੂਨ ਹੈ, ਇੱਕ ਬਹੁਤ ਨਿਆਮਤ ਹੈ ਪਰਮਾਤਮਾ ਵੱਲੋਂ ਕਿ ਇੰਡੀਆ ਇੱਕ ਐਸਾ ਦੇਸ਼ ਹੈ ਜਿੱਥੇ ਕਿ ਸਨਸ਼ਾਈਨ ਦੀ ਭਰਮਾਰ ਹੈ, ਪਰ ਅਸੀਂ ਕਦੀ ਵੀ ਸਨਸ਼ਾਈਨ ਨੂੰ ਨਹੀਂ ਲਿਆ, ਧੁੱਪ ਨੂੰ ਨਹੀਂ ਮਾਣਿਆ। ਇਹਦਾ ਮਤਲਬ ਕੀ ਆ? ਇਹਦਾ ਮਤਲਬ ਇਹ ਆ ਕਿ ਅਸੀਂ ਇਨਡੋਰਸ ਜ਼ਿਆਦਾ ਰਹਿੰਦੇ ਆ, ਜੇ ਬਾਹਰ ਵੀ ਜਾਂਦੇ ਆ ਕਾਰਾਂ ਦੇ ਵਿੱਚ ਹੈ ਸ਼ੀਸ਼ੇ ਵੀ ਲੱਗੇ ਹੋਏ ਹੈਗੇ ਆ, ਔਰ ਉਹ ਜਿਹੜੀ ਸਾਡੀ ਇੱਕ ਤਰ੍ਹਾਂ ਦੀ ਪਰਮਾਤਮਾ ਨੇ ਦਿੱਤੀ ਹੋਈ ਗਿਫਟ ਹੈਗੀ ਆ ਉਹਨੂੰ ਅਸੀਂ ਅਵੇਲ ਨਹੀਂ ਕਰਦੇ। ਔਰ ਮੈਂ ਤਾਂ ਦੇਖਿਆ ਆ ਕਿ ਲੜਕੀਆਂ ਜੇ ਸਕੂਟੀ ਵਗੈਰਾ ਦੇ ਉੱਤੇ ਵੀ ਜਾਂਦੀਆਂ ਆ ਤੇ ਜੇ ਉਹਨਾਂ ਦੀਆਂ ਬਾਹਾਂ ਦੇ ਵਿੱਚ ਵੀ ਥੋੜੀ ਬਹੁਤ ਧੁੱਪ ਪੈਣੀ ਚਾਹੀਦੀ ਸੀ ਉਹ ਵੀ ਉਹਨਾਂ ਨੇ ਢੱਕ ਲਈਆਂ ਆ, ਔਰ ਸਿਰ ਨੂੰ ਵੀ ਮੂੰਹ ਨੂੰ ਵੀ ਪੂਰੀ ਤਰ੍ਹਾਂ ਢੱਕਿਆ ਆ ਤਾਂ ਕਿ ਥੋੜਾ ਜਿਹਾ ਵੀ ਸਨਸ਼ਾਈਨ ਉਹਨਾਂ ਤੇ ਅਸਰ ਨਾ ਕਰ ਸਕੇ। ਇਹ ਬਹੁਤ ਹੀ ਗਲਤ ਹੈ ਸਾਡੀ ਬੋਡੀ ਦੇ ਲਈ, ਸਾਡੇ ਸਰੀਰ ਦੇ ਲਈ, ਕਿਉਂਕਿ ਇਹਦੇ ਨਾਲ ਹੀ ਸਾਡਾ ਇੱਕ ਬਹੁਤ ਹੀ ਵੱਡਾ ਵਿਟਾਮਿਨ ਹੈ ਜਿਹੜਾ ਕਿ ਵਿਟਾਮਿਨ ਡੀ ਹੈ, ਉਹ ਸਾਨੂੰ ਮਿਲਦਾ ਹੈਗਾ ਆ, ਔਰ ਇਹ ਸਾਡਾ ਫ੍ਰੀ ਆਫ ਕਾਸਟ ਸਾਨੂੰ ਮਿਲੀ ਜਾਂਦਾ ਆ, ਪਰ ਅਸੀਂ ਉਹ ਲੈਂਦੇ ਨਹੀਂ ਹੈ। ਔਰ ਵਿਟਾਮਿਨ ਡੀ ਦੇ ਲਈ ਇੰਨੀਆਂ ਰਿਸਰਚਸ ਹੋ ਚੁੱਕੀਆਂ ਆ ਕਿ ਇਹ ਕਿੰਨਾ ਜ਼ਰੂਰੀ ਹੈ ਸਾਡੀ ਬੋਡੀ ਦੇ ਲਈ ਔਰ ਇਮਿਊਨਿਟੀ ਦੇ ਲਈ। ਖਾਸ ਕਰਕੇ ਹੁਣ ਕਰੋਨਾ ਵਾਇਰਸ ਦੀ ਬਿਮਾਰੀ ਆਈ ਸੀ ਔਰ ਉਹਦੇ ਵਿੱਚ ਹਰੇਕ ਬੰਦੇ ਦੇ ਲਈ ਵਿਟਾਮਿਨ ਡੀ ਜਿਹੜਾ ਸੀ ਬਹੁਤ ਹੀ ਐਸੈਂਸ਼ੀਅਲ ਬਣ ਗਿਆ ਸੀ, ਔਰ ਸਾਨੂੰ ਕਾਫੀ ਮਾਤਰਾ ਦੇ ਵਿੱਚ ਇਹ ਵਿਟਾਮਿਨ ਡੀ ਮਰੀਜ਼ਾਂ ਨੂੰ ਦੇਣਾ ਪਿਆ। ਸੋ ਇਸ ਕਰਕੇ ਵਿਟਾਮਿਨ ਡੀ ਜੇ ਅਗਰ ਅਸੀਂ ਨੈਚੁਰਲ ਲਈ ਜਾਈਏ ਤਕਰੀਬਨ 50 ਤੋਂ 70 ਨੈਨੋਗ੍ਰਾਮ ਜੇ ਸਾਡੇ ਸਰੀਰ ਦੇ ਵਿੱਚ ਹੈਗਾ ਆ ਤੇ ਅਸੀਂ ਸਮਝਦੇ ਹਾਂ ਕਿ ਇਹ ਸਾਡੇ ਲਈ ਠੀਕ ਹੈ। ਨਾਟ ਓਨਲੀ ਦੈਟ, ਅਗਰ ਇਹ ਵਿਟਾਮਿਨ ਦੀ ਸਾਡੇ ਸਰੀਰ ਦੇ ਵਿੱਚ ਘਾਟ ਹੈ ਤਾਂ ਕਈ ਤਰ੍ਹਾਂ ਦੇ ਕੈਂਸਰ ਜਿਹੜੇ ਹੈਗੇ ਆ ਉਹ ਵੀ ਸਾਡੇ ਸਰੀਰ ਦੇ ਵਿੱਚ ਇਮਿਊਨਿਟੀ ਦੀ ਲੋ ਇਮਿਊਨਿਟੀ ਦੇ ਕਾਰਨ ਸਾਡੇ ਸਰੀਰ ਦੇ ਵਿੱਚ ਹੋ ਸਕਦੇ ਆ। ਔਰ ਆਪਣੀ ਬੋਡੀ ਨੂੰ ਕਾਇਮ ਰੱਖਣ ਲਈ ਇਹਦੀ ਜਿਹੜੀ ਮਿਕਦਾਰ ਹੈਗੀ ਆ 50 to 70 ਔਰ ਈਵਨ ਅਬਵ ਵੀ ਇਹਦੀ ਮਿਕਦਾਰ ਹੋਣੀ ਚਾਹੀਦੀ ਆ। ਔਰ ਫਿਰ ਹੈ ਸਾਡੀ ਵੇਟ ਪ੍ਰੋਬਲਮ। ਵੇਟ ਅਗਰ ਕਿਸੇ ਦਾ ਹੈ ਤੇ ਉਹਦੀ ਵੀ ਇਮਿਊਨਿਟੀ ਜਿਹੜੀ ਹੈਗੀ ਆ ਉਹਨੂੰ ਬਹੁਤ, ਓਬੈਸਿਟੀ ਜਿਹੜੀ ਹੈ ਉਹ ਵੀ ਬਹੁਤ ਅਫੈਕਟ ਕਰਦੀ ਹੈਗੀ ਆ। ਉਹਦੇ ਲਈ ਵੀ
ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡਾ ਜਿਹੜਾ weight ਹੈਗਾ ਆ ਉਹ ਨਾਰਮਲਾਈਜ਼ ਹੋਣਾ ਚਾਹੀਦਾ ਹੈ। ਇੱਕ ਹੋਰ ਨਵੀਂ ਚੀਜ਼ ਅੱਜ ਕੱਲ੍ਹ ਆਈ ਹੈ ਫਾਸਟਿੰਗ, ਜਿਹੜੀ ਕਿ ਬਹੁਤ ਪੁਰਾਣੀ ਸਾਡੇ ਕਲਚਰ ਦੇ ਵਿੱਚ ਸੀਗੀ। ਉਹ ਫਾਸਟਿੰਗ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੀ ਖੁਰਾਕ ਨੂੰ ਨਿਯਮਿਤ ਕਰਨਾ ਹੈ ਕਿ ਕਿਸ ਟਾਈਮ ਦੇ ਉੱਤੇ ਖਾਣੀ ਹੈ, ਕਿਸ ਟਾਈਮ ਦੇ ਉੱਤੇ ਤੁਸੀਂ ਨਹੀਂ ਖਾਣੀ। ਸੋ ਅਗਰ ਇੰਟਰਮੀਡੀਏਟ ਫਾਸਟਿੰਗ ਬਹੁਤ ਅੱਜ ਕੱਲ੍ਹ ਪ੍ਰਚਲਿਤ ਹੈਗੀ ਆ, ਉਹਦੇ ਵਿੱਚ ਇਹ ਹੈ ਕਿ ਤੁਸੀਂ 8 ਔਰ 16 ਆਵਰਸ ਦਾ ਗੈਪ ਰੱਖ ਸਕਦੇ ਹੋ। 8 ਆਵਰਸ ਤੁਹਾਡਾ ਈਟਿੰਗ ਟਾਈਮ ਹੋ ਜਾਏ ਤੇ 16 ਆਵਰਸ ਤੁਹਾਡੇ ਫਾਸਟਿੰਗ ਟਾਈਮ ਹੋ ਜਾਏ। ਉਹਦੇ ਵਿੱਚ ਵੀ ਤੁਹਾਡੇ ਬੋਡੀ ਦੇ ਵਿੱਚ ਆਟੋਫੇਜੀ ਹੋ ਜਾਂਦੀ ਹੈ, ਔਰ ਆਟੋਫੇਜੀ ਦੇ ਨਾਲ ਜਿਹੜਾ ਤੁਹਾਡਾ ਬੋਡੀ ਦਾ ਸਿਸਟਮ ਹੈਗਾ ਆ ਉਹ ਸਾਰਾ ਰਿਪੇਅਰ ਹੋ ਜਾਂਦਾ, ਔਰ ਉਹਦੇ ਵਿੱਚ ਜਿਹੜੇ ਬੈਡ ਐਲੀਮੈਂਟਸ ਹੈਗੇ ਆ ਉਹ ਤੁਹਾਡੇ ਰਿਮੂਵ ਹੋ ਜਾਂਦੇ ਆ। ਔਰ ਇਸ ਤਰ੍ਹਾਂ ਦੇ ਨਾਲ ਤੁਸੀਂ 8 ਘੰਟੇ ਦੇ ਵਿੱਚ ਆਪਣਾ ਸਾਰਾ ਖਾਣਾ ਜੋ ਵੀ ਹੈ ਉਹ ਖਾ ਸਕਦੇ ਹੋ, ਔਰ ਬਾਕੀ ਦੇ 16 ਘੰਟੇ ਦੇ ਵਿੱਚ ਤੁਸੀਂ ਸਿਰਫ ਪਾਣੀ ਔਰ ਓਨਲੀ ਵਾਟਰ ਜਿਹੜਾ ਹੈ ਉਹ ਤੁਸੀਂ ਲੈ ਸਕਦੇ ਹੋ, ਉਹਦੇ ਵਿੱਚ ਫਾਸਟਿੰਗ ਕਰ ਸਕਦੇ ਹੋ। ਅਗਰ ਤੁਸੀਂ ਰਾਤ ਦੇ 12 ਘੰਟੇ ਦੇ ਵਿੱਚ ਇਨਕਲੂਡ ਕਰੋਗੇ ਤੇ ਫਿਰ ਸਿਰਫ ਤੁਹਾਡੇ 4 ਘੰਟੇ ਹੀ ਜ਼ਿਆਦਾ ਲੱਗਣਗੇ ਆਪਣੇ ਫਾਸਟ ਦੇ ਲਈ। ਉਹ ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ। ਜਿਨ੍ਹਾਂ ਦਾ weight ਜ਼ਿਆਦਾ ਆ ਔਰ ਜਿਨ੍ਹਾਂ ਦੀ ਡਾਇਬਟੀਜ਼ ਕੰਟਰੋਲ ਨਹੀਂ ਹੁੰਦੀ, ਉਹਨਾਂ ਨੂੰ ਇਹ ਬਹੁਤ ਇੰਪੋਰਟੈਂਟ ਹੈ, ਔਰ ਇਮਿਊਨਿਟੀ ਵਧਾਉਣ ਦੇ ਵਿੱਚ ਵੀ ਇਹਦਾ ਬਹੁਤ ਵੱਡਾ ਯੋਗਦਾਨ ਹੈ। ਫਿਰ ਤੁਹਾਡਾ ਮਾਈਂਡ ਦਾ ਐਟੀਟਿਊਡ ਜਿਹੜਾ ਹੈ ਉਹ ਵੀ ਤੁਹਾਡੀ ਇਮਿਊਨਿਟੀ ਨੂੰ ਬਹੁਤ ਮਤਲਬ ਅਫੈਕਟ ਕਰਦਾ ਹੈ। ਪੋਜ਼ਿਟਿਵ ਮਾਈਂਡ ਸੈਟ ਜਿਹੜਾ ਹੈ ਉਹ ਜ਼ਿਆਦਾ ਇਮਿਊਨਿਟੀ ਤੁਹਾਨੂੰ ਦਿੰਦਾ ਹੈ। ਤੇ ਗ੍ਰੈਟੀਟਿਊਡ ਹੈ, ਜੇ ਅਗਰ ਤੁਸੀਂ ਪਰਮਾਤਮਾ ਦਾ ਹਮੇਸ਼ਾ ਸ਼ੁਕਰ ਕਰਦੇ ਹੋ ਹਰੇਕ ਚੀਜ਼ ਦਾ, ਤੇ ਉਹ ਵੀ ਤੁਹਾਡੇ ਇਮਿਊਨਿਟੀ ਲਈ ਬਹੁਤ ਹੈ। ਤੇ ਫਿਰ ਤੁਹਾਡਾ ਸੋਸ਼ਲ ਨੈਟਵਰਕ ਹੈ। ਸੋਸ਼ਲ ਨੈਟਵਰਕ ਦੇ ਵਿੱਚ ਹੈ ਕਿ ਤੁਹਾਡਾ ਲੋਕਾਂ ਦੇ ਨਾਲ ਕਿਸ ਤਰ੍ਹਾਂ ਦਾ ਵਰਤਾਵ ਹੈ, ਪਿਆਰ ਭਰਿਆ ਵਰਤਾਵ ਹੈ, ਖੁਸ਼ੀ ਭਰਿਆ ਵਰਤਾਵ ਹੈ, ਉਹ ਵੀ ਤੁਹਾਡੀ ਇਮਿਊਨਿਟੀ ਨੂੰ ਤੁਹਾਡੇ ਹਾਰਮੋਨਸ ਦੇ ਨਾਲ ਅਫੈਕਟ ਕਰਦਾ ਹੈ, ਔਰ ਉਹ ਵੀ ਇੱਕ ਤਰ੍ਹਾਂ ਦਾ ਇਮਿਊਨਿਟੀ ਬੂਸਟਰ ਹੈਗਾ ਆ। ਫਿਰ ਤੁਹਾਡਾ ਅਗਰ ਤੁਸੀਂ ਬਹੁਤ ਜ਼ਿਆਦਾ ਹਾਰਟੀ ਲਾਫਿੰਗ ਖੁਸ਼ੀ ਮਹਿਸੂਸ ਕਰਦੇ ਹੋ, ਹੱਸਦੇ ਹੋ, ਹੱਸਣ ਦੇ ਨਾਲ ਵੀ ਤੁਹਾਡੀ ਜਿਹੜੀ ਇਮਿਊਨਿਟੀ ਹੈਗੀ ਆ ਉਹ ਸਟਰੋਂਗ ਹੁੰਦੀ ਆ। ਔਰ ਇਹ ਇੱਕ ਕਾਰਨ ਹੈਗਾ ਕਿ ਜਿਹੜੇ ਲੋਕ ਸਵੇਰ ਨੂੰ ਜਦੋਂ ਸੈਰ ਕਰਦੇ ਆ ਜਾਂ ਜਦੋਂ ਆਪਣੇ ਗਾਰਡਨਸ ਦੇ ਵਿੱਚ ਹੁੰਦੇ ਆ ਤੇ ਉਹ ਹਾਰਟੀ ਲਾਫ ਦੇ ਨਾਲ ਆਪਣਾ ਦਿਨ ਦਾ ਸ਼ੁਰੂਆਤ ਕਰਦੇ ਹੈਗੇ ਆ। ਤੇ ਇਹਦੇ ਵਿੱਚ ਇੱਕ ਚੀਜ਼ ਇਹ ਆ ਕਿ ਜਿਹੜੇ ਲੋਕ ਡਰਿੰਕਸ ਲੈਂਦੇ ਆ ਔਰ ਜਾਂ ਸਿਗਰਟ ਲੈਂਦੇ ਆ, ਔਰ ਇਹ ਦੋਏ ਚੀਜ਼ਾਂ ਜਿਹੜੀਆਂ ਹੈਗੀਆਂ ਆ ਇਹ ਸਾਡੀ ਇਮਿਊਨਿਟੀ ਨੂੰ ਬਹੁਤ ਕਮਜ਼ੋਰ ਕਰਦੀਆਂ ਆ। ਔਰ ਇਹਦੇ ਲਈ ਇਹਨਾਂ ਦਾ ਮੈਂ ਸਮਝਦਾ ਆ ਕਿ ਅਗਰ ਤੁਸੀਂ ਇਹਨਾਂ ਤੋਂ ਨਿਜਾਤ ਪਾ ਲਓ ਤੇ ਤੁਹਾਡੀ ਇਮਿਊਨਿਟੀ ਜਿਹੜੀ ਆ ਉਹ ਸਟਰੋਂਗ ਹੋ ਸਕਦੀ ਆ। ਮੈਂ ਇੰਨਾ ਕਹਿੰਦਾ ਹੋਇਆ ਤੁਹਾਤੋਂ ਖਿਮਾ ਦਾ ਜਾਚਕ ਹਾਂ, ਔਰ ਅਗਰ ਕੋਈ ਕੁਐਸਚਨ ਹੈ ਤੇ ਜੇ ਅਗਰ ਮੈਂ ਦੇ ਸਕਿਆ ਤੇ ਤੁਹਾਡੇ ਕੁਐਸਚਨ ਦੇ ਆਨਸਰ ਦੇ ਸਕਦਾ। ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ ਡਾਕਟਰ ਸਾਹਿਬ। ਇੱਕ ਮੇਰਾ ਕੁਐਸਚਨ ਇਹਦੇ ਵਿੱਚ ਇਹ ਹੈਗਾ ਸਾਰਿਆਂ ਵਾਸਤੇ, ਤਾਂ ਕਿ ਸਾਰਿਆਂ ਨੂੰ ਇਸ ਚੀਜ਼ ਦਾ ਆਨਸਰ ਮਿਲ ਸਕੇ ਕਿ ਇੱਕ ਆਪਣਾ ਜਿਹੜੇ ਇਹਦੇ ਵਿੱਚ ਕਿਹੜੇ ਇਦਾਂ ਦੇ ਫੂਡ ਹੈਗੇ ਜਿਹੜੇ ਸਾਡੇ ਇਮਿਊਨੀ ਸਿਸਟਮ ਨੂੰ ਜਿਹੜੇ ਹੈਗੇ ਆ ਖਰਾਬ ਕਰਦੇ ਆ, ਲੋ ਕਰਦੇ ਆ। ਇਹਦੇ ਵਿੱਚ ਇੱਕ ਤਾਂ ਸਭ ਤੋਂ ਵੱਡੀ ਅੱਜ ਕੱਲ ਦੀ ਜਿਹੜੀ ਚੀਜ਼ ਆਈ ਹੈ ਉਹ ਹੈ ਕਣਕ, ਵੀਟ ਦੇ ਨਾਲ ਮੈਂ ਇਹਦੇ ਵਿੱਚ ਦੱਸਣਾ ਚਾਹੁੰਦਾ ਹਾਂ ਕਿ ਵੀਟ, ਲੋਕ ਕਹਿੰਦੇ ਆ ਕਿ ਅਸੀਂ ਸਾਡੇ ਤਾਂ ਮੁੱਢ ਕਦੀਮ ਤੋਂ ਅਸੀਂ ਵੀਟ ਖਾਂਦੇ ਆ ਔਰ ਵੀਟ ਨੇ ਕਦੀ ਪ੍ਰੋਬਲਮ ਨਹੀਂ ਕੀਤੀ। ਹੁਣ ਇਹ ਕਿਸ ਤਰ੍ਹਾਂ ਕਹੀ ਜਾਂਦੇ ਆ ਕਿ ਤੁਸੀਂ ਵੀਟ ਸਾਨੂੰ ਪ੍ਰੋਬਲਮ ਕਰਦੀ ਆ। ਵੀਟ ਸਾਨੂੰ ਹਮੇਸ਼ਾ ਹੀ ਪ੍ਰੋਬਲਮ ਕਰਦੀ ਰਹੀ ਆ। ਅੱਜ ਤੋਂ 50-60 ਸਾਲ ਪਹਿਲਾਂ ਜਿਹੜੀ ਵੀਟ ਸੀ ਉਹ ਹੋਰ ਸੀ। ਉਹ ਵੀਟ ਐਡੀ ਸੀ ਕਿ ਜੇ ਅਗਰ ਉਹਦਾ ਜਿਹੜਾ ਮਤਲਬ ਪੌਦਾ ਸੀ, ਅਗਰ ਉਹਦੇ ਵਿੱਚ ਤੁਸੀਂ ਲੁਕ ਸਕਦੇ ਸੀ, ਮਤਲਬ ਸਾਡੇ ਆਪਣੇ ਹਾਈਟ ਨਾਲੋਂ ਜ਼ਿਆਦਾ ਵੱਡਾ ਉਹਦਾ ਪੌਦਾ ਸੀਗਾ ਆ, ਤੇ ਉਹਨੂੰ ਉਹ ਦੇਸੀ ਕਣਕ ਕਹਿੰਦੇ ਸੀ। ਤੇ ਉਸ ਤੋਂ ਬਾਅਦ 50-60 ਸਾਲ ਜਦੋਂ ਗ੍ਰੀਨ ਰੈਵੋਲੂਸ਼ਨ ਆਇਆ ਤੇ ਇਹ ਹਾਈਬ੍ਰਿਡ ਵੈਰਾਈਟੀਆਂ ਜਿਹੜੀਆਂ ਛੋਟੀਆਂ ਕਿਸਮਾਂ ਦੀਆਂ ਵੈਰਾਈਟੀਆਂ ਜਿਹੜੀਆਂ ਆ ਗਈਆਂ, ਔਰ ਇਹਨਾਂ ਦੇ ਵਿੱਚ ਇੱਕ ਖਾਸ ਕਿਸਮ ਦੀ ਪ੍ਰੋਟੀਨ ਜਿਹੜੀ ਆ ਉਹ ਬਣਦੀ ਹੈਗੀ ਆ, ਔਰ ਉਹਨੂੰ ਅਸੀਂ ਗਲੂਟਨ ਕਹਿੰਦੇ ਆ। ਔਰ ਪੀਟ ਦੇ ਵਿੱਚ ਖਾਸ ਕਰਕੇ ਗਲਾਇਡਿਨ ਹੈਗੀ ਆ, ਇੱਕ ਐਸੀ ਪ੍ਰੋਟੀਨ ਜਿਹੜੀ ਕਿ 38 ਅਮਾਈਨੋ ਐਸਿਡਸ ਦੀ ਹੈ। ਉਹ ਸਾਡੇ ਸਰੀਰ ਲਈ ਬਹੁਤ ਘਾਤਕ ਹੈਗੀ ਆ, ਔਰ ਸਾਡੇ ਸਰੀਰ ਨੂੰ
ਪਹਿਲਾਂ ਤਾਂ ਇਹ ਕਹਿੰਦੇ ਸੀ ਕਿ ਸਿਰਫ 6% ਲੋਕਾਂ ਨੂੰ ਹੀ ਇਹਦਾ ਨੁਕਸਾਨ ਹੁੰਦਾ ਆ, ਉਹਨਾਂ ਸੀਲੀਅਕ ਡਿਜ਼ੀਜ਼ ਹੁੰਦੀ ਆ। ਪਰ ਹੁਣ ਸਾਇੰਸਦਾਨਾਂ ਨੇ ਇਹ ਸਰਵੇ ਕਰਕੇ ਦੱਸ ਦਿੱਤਾ ਆ ਕਿ ਇਹ 100% ਸਾਡੇ ਸਰੀਰ ਦੇ ਵਿੱਚ ਨੁਕਸਾਨ, 100% ਲੋਕਾਂ ਨੂੰ ਇਹ ਨੁਕਸਾਨ, ਕੋਈ ਵੀ ਆਦਮੀ ਇਹਦੇ ਤੋਂ ਰਹਿਤ ਨਹੀਂ ਹੈ, ਹਰ ਇੱਕ ਨੂੰ ਇਹ ਅਫੈਕਟ ਕਰਨਾ ਹੈ, ਕਿਸੇ ਨੂੰ ਥੋੜਾ, ਕਿਸੇ ਨੂੰ ਜ਼ਿਆਦਾ। ਇਹ ਸਾਡੇ ਬਾਡੀ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਕਿਹੜਾ ਬੰਦਾ ਇਹਨੂੰ ਰਜਿਸਟ ਕਰ ਸਕਿਆ ਆ ਜਾਂ ਕਿਹੜਾ ਬੰਦਾ ਇਸ ਨੂੰ ਰਜਿਸਟ ਨਹੀਂ ਕਰ ਸਕਿਆ। ਔਰ ਹਰ ਇੱਕ ਬੰਦੇ ਨੂੰ, ਕਿਸੇ ਨੂੰ ਇਹਨੇ ਸਕਿਨ ਦੀ ਪ੍ਰੋਬਲਮ ਦੇਣੀ ਆ ਔਰ ਕਿਸੇ ਨੂੰ ਦਿਮਾਗ ਦੀ ਪ੍ਰੋਬਲਮ, ਕਿਉਂਕਿ ਇਹ 3 ਜਗ੍ਹਾ ਦੇ ਉੱਤੇ ਅਸਰ ਕਰਦੀ ਹੈਗੀ ਆ। ਇੱਕ ਤਾਂ ਸਾਡੇ ਗੈਸਟ੍ਰੋਇੰਟੇਸਟਾਈਨਲ ਟ੍ਰੈਕਟ ਜਿਹੜਾ ਕਿ ਖਾਣ ਵਾਲੀ ਪਾਚਨ ਕਿਰਿਆ ਹੈ ਉਹਦੇ ਉੱਤੇ, ਦੂਸਰੇ ਸਾਡੇ ਸਕਿਨ ਦੇ ਉੱਤੇ, ਚਮੜੀ ਦੇ ਉੱਤੇ, ਤੀਸਰੇ ਸਾਡੇ ਬ੍ਰੇਨ ਦੇ ਉੱਤੇ। ਇਹ 3 ਜਗ੍ਹਾ ਦੇ ਉੱਤੇ ਇਹਦਾ ਅਸਰ ਹੈ। ਫਿਰ ਹੈ ਸ਼ੂਗਰ, ਸ਼ੂਗਰ ਜਿਹੜੀ ਕਿ ਅੱਜ ਤੋਂ 100 ਸਾਲ ਪਹਿਲਾਂ ਸਿਰਫ ਅੱਧਾ ਪਾਉਂਡ ਸਾਲ ਦੇ ਵਿੱਚ ਕੰਜ਼ਿਊਮ ਹੁੰਦਾ ਸੀ, ਅੱਜ 180 ਪਾਉਂਡ ਸਾਲ ਦਾ ਕੰਜ਼ਿਊਮ ਹੁੰਦਾ ਆ। ਔਰ ਇਹ ਜਿਹੜੀ ਸ਼ੂਗਰ ਹੈਗੀ ਆ, ਇਹ ਸਾਡੀਆਂ ਸਾਰੀਆਂ ਬਿਮਾਰੀਆਂ ਦੀ ਜੜ ਹੈਗੀ ਆ। ਔਰ ਤੀਜੀ ਹੈਗੀ ਆ ਜਿਹੜਾ ਸਾਡਾ, ਅਸੀਂ ਪ੍ਰੋਸੈਸਡ ਫੂਡ ਖਾਂਦੇ ਆ, ਪੈਕੇਜਡ ਫੂਡ ਖਾਂਦੇ ਆ, ਜਿਹੜੇ ਕਿ ਮਤਲਬ ਬਾਜ਼ਾਰ ਦੇ ਵਿੱਚੋਂ ਅਸੀਂ ਬਣੇ ਬਣਾਏ ਲੈਂਦੇ ਹੈਗੇ ਆ, ਜਿੱਦਾਂ ਕਿ ਪੈਕਟ ਹੈਗੇ ਆ, ਉਹਨਾਂ ਨੂੰ ਅਸੀਂ ਲੈ ਜਾਂਦੇ ਆ ਔਰ ਪ੍ਰੋਸੈਸ ਕੀਤੇ ਹੋਏ ਹੈਗੇ ਆ। ਉਹ ਫੂਡ ਜਿਹੜੇ ਆ ਉਹ ਬਿਲਕੁਲ ਵੀ ਇਮਿਊਨਿਟੀ ਲਈ ਨਹੀਂ ਹੈ। ਬਾਕੀ ਜਿਹੜੇ ਅਸੀਂ ਕੈਮੀਕਲ ਰਿਲੇਟਡ ਫੂਡ ਹੈਗੇ ਆ, ਜਿਸ ਤਰ੍ਹਾਂ ਕਿ ਅਸੀਂ ਬਾਜ਼ਾਰ ਦੇ ਵਿੱਚ ਜਾਂਦੇ ਆ ਔਰ ਰੇਹੜੀਆਂ ਦੇ ਉੱਤੋਂ ਖਾਈ ਜਾਂਦੇ ਹੈਗੇ ਆ, ਔਰ ਉਹ ਰੇਹੜੀਆਂ ਦੇ ਵਾਲੇ ਕੀ ਕਰਦੇ ਆ, ਕਿਸ ਤਰ੍ਹਾਂ ਇੱਕ ਤਰ੍ਹਾਂ ਦਾ ਖਾਸ ਕਿਸਮ ਦੇ ਕੈਮੀਕਲਸ ਜਿਹੜੇ ਹੈਗੇ ਆ, ਜਿਹੜੇ ਕਿ ਭੁੱਖ ਨੂੰ ਵਧਾਉਂਦੇ ਆ ਔਰ ਤੁਹਾਨੂੰ ਟੇਸਟ ਦਿੰਦੇ ਆ, ਉਸ ਤਰ੍ਹਾਂ ਦੇ ਕੈਮੀਕਲਸ ਜਿਹੜੇ ਆ ਉਹਦੇ ਵਿੱਚ ਪਾ ਦਿੰਦੇ ਆ ਤਾਂ ਕਿ ਤੁਸੀਂ ਬਾਰ-ਬਾਰ ਉਹੀ ਚੀਜ਼ਾਂ ਖਾਈ ਚੱਲੋ, ਔਰ ਉਹ ਤੁਹਾਡੀ ਸਿਹਤ ਲਈ ਬਹੁਤ ਨੁਕਸਾਨਦੇਹ ਹੈ ਔਰ ਤੁਹਾਡੀ ਇਮਿਊਨਿਟੀ ਨੂੰ ਬਹੁਤ ਹੀ ਢਾਹ ਲਾਉਂਦੀਆਂ ਹਨ। ਇਸ ਤਰ੍ਹਾਂ ਦੀਆਂ ਕੁਛ ਚੀਜ਼ਾਂ। ਫਿਰ ਹੈ ਦੁੱਧ ਹੈ, ਬਹੁਤੇ ਲੋਕ ਕਹਿੰਦੇ ਆ ਕਿ ਦੁੱਧ ਤਾਂ ਬਹੁਤ ਪੌਸ਼ਟਿਕ ਚੀਜ਼ ਹੈਗੀ ਆ ਔਰ ਇਹਦਾ ਇਸਤੇਮਾਲ, ਪਰ ਦੁੱਧ ਵੀ ਇੱਕ ਐਸਾ ਚੀਜ਼ ਹੈਗੀ ਆ ਜਿਹੜੀ ਕਿ ਸਾਡੇ ਸਰੀਰ ਲਈ ਨਹੀਂ ਬਣੀ। ਕੋਈ ਵੀ ਸਪੀਸ਼ੀਜ਼ ਜਿਹੜੀ ਹੈਗੀ ਆ ਦੂਸਰੀ ਸਪੀਸ਼ੀਜ਼ ਦਾ ਦੁੱਧ ਨਹੀਂ ਪੀਂਦੀ। ਸਿਰਫ ਇੱਕ ਬੱਚੇ ਨੂੰ ਦੁੱਧ ਦੀ ਜ਼ਰੂਰਤ ਹੈ, ਉਹ ਵੀ ਆਪਣੇ ਮਾਂ ਦੀ ਦੁੱਧ ਦੀ ਜ਼ਰੂਰਤ। ਐਡਲਟਸ ਨੂੰ ਦੁੱਧ ਦੀ ਜ਼ਰੂਰਤ ਨਹੀਂ ਹੈ। ਔਰ ਬਹੁਤੇ ਲੋਕ ਕਹਿੰਦੇ ਕਿ ਇਹਦੇ ਵਿੱਚ ਕੈਲਸ਼ੀਅਮ ਬਹੁਤ ਹੁੰਦਾ, ਪਰ ਇਹਦੇ ਵਿੱਚ ਕੈਲਸ਼ੀਅਮ ਬਹੁਤ ਘੱਟ ਹੁੰਦਾ। ਕੈਲਸ਼ੀਅਮ ਤਾਂ ਸਾਡੀਆਂ ਜਿਹੜੀਆਂ ਹਰੀਆਂ ਸਬਜ਼ੀਆਂ ਆ ਉਹਨਾਂ ਵਿੱਚ ਇਹਨਾਂ ਨਾਲੋਂ ਜ਼ਿਆਦਾ ਹੁੰਦਾ ਆ। ਔਰ ਜਿਹੜੀਆਂ ਕੰਟਰੀਜ਼ ਦੇ ਵਿੱਚ ਦੁੱਧ ਦੀ ਬਹੁਤ ਭਰਮਾਰ ਆ, ਜਿੱਦਾਂ ਕਿ ਸਵੀਡਨ ਹੈ, ਡੈਨਮਾਰਕ ਹੈ, ਜਿੱਥੇ ਦੁੱਧ ਬਹੁਤ ਪੈਦਾ ਹੁੰਦਾ ਆ, ਔਰ ਉੱਥੇ ਦੇ ਲੋਕਾਂ ਦਾ ਜਿਹੜਾ ਆਸਟੀਓਪੋਰੋਸਿਸ ਹੈ, ਜਿਹੜੀ ਹੱਡੀਆਂ ਦੀਆਂ ਬਿਮਾਰੀਆਂ ਹੈ, ਉਹ ਸਭ ਤੋਂ ਜ਼ਿਆਦਾ ਹੈਗੀਆਂ। ਔਰ ਇਸ ਲਈ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਦੁੱਧ ਜਿਹੜਾ ਆ ਉਹ ਸਾਡੇ ਲਈ ਬਿਲਕੁਲ ਵੀ ਠੀਕ ਨਹੀਂ ਹੈ ਔਰ ਉਹ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ। ਖਾਸ ਕਰਕੇ ਅਡਲਟਸ ਲਈ ਪ੍ਰੋਸਟੇਟ ਦਾ ਜਿਹੜਾ ਕੈਂਸਰ ਹੈ ਜਾਂ ਪ੍ਰੋਸਟੇਟ ਦੀਆਂ ਬਿਮਾਰੀਆਂ ਹੈਗੀਆਂ ਆ, ਉਹਨਾਂ ਵਿੱਚ ਇਹ ਖਾਸ ਤੌਰ ਦੇ ਉੱਤੇ ਦੁੱਧ ਦਾ ਅਸਰ ਹੁੰਦਾ ਆ ਔਰ ਇਸ ਕਰਕੇ ਦੁੱਧ ਨੂੰ ਬਿਲਕੁਲ ਵੀ ਨਹੀਂ ਲੈਣਾ ਚਾਹੀਦਾ। ਇਹ ਕੁਝ ਇੱਕ ਫੂਡਸ ਹੈਗੇ ਆ ਜਿਹੜੇ ਕਿ ਸਾਨੂੰ ਅਵੋਇਡ ਕਰਨੇ ਚਾਹੀਦੇ। जी डॉक्टर साहब, थैंक यू। अगर कोई पार्टिसिपेंट है ਜਿਹੜੇ ਕਿ ਡਾਕਟਰ ਸਾਹਿਬ ਤੋਂ ਕੁਐਸਚਨ ਕਰਨਾ ਚਾਹੁੰਦੇ, ਪਲੀਜ਼ ਆਪਣੇ ਹੈਂਡ ਰੇਜ਼ ਕਰ ਦਿਓ, ਤਾਂ ਫਿਰ ਮੈਂ ਟਰਨ ਵਾਈਜ਼ ਟਰਨ ਜਿਹੜੇ ਸਾਡੇ ਕੁਐਸਚਨਸ ਆ ਉਹ ਲੈ ਕੇ, ਤਾਂ ਕਿ ਡਾਕਟਰ ਸਾਹਿਬ ਉਹਨਾਂ ਨੂੰ ਆਨਸਰ ਕਰ ਸਕਣ। ਡਾਕਟਰ ਸਾਹਿਬ, ਇੱਕ ਕੁਐਸਚਨ ਮੇਰਾ ਹੋਰ ਹੈਗਾ ਆ ਕਿ ਇਹਨਾਂ ਦੇ ਮੇਜਰ ਜਿਹੜੇ ਕੀ ਸਾਈਨਸ ਹੈਗੇ ਆ ਇਮਿਊਨ ਸਿਸਟਮ ਵੀਕ ਹੋਣ ਦੇ? ਵੀਕ ਹੋਣ ਤੇ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈ ਕਿ ਹਮੇਸ਼ਾ ਤੁਸੀਂ ਟਾਇਰਡ ਰਹਿੰਦੇ ਹੋ ਜੀ, ਤੁਹਾਨੂੰ ਹਮੇਸ਼ਾ ਹੀ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਤੁਹਾਡੇ ਸਰੀਰ ਦੇ ਵਿੱਚ ਜਿੰਦ ਜਾਨ ਹੈ ਹੀ ਨਹੀਂ ਹੈ। ਇਹ ਸਭ ਤੋਂ ਵੱਡਾ ਹੈਗਾ ਆ। ਫਿਰ ਫ੍ਰੀਕੁਐਂਟ ਇਨਫੈਕਸ਼ਨਸ ਹੋ ਜਾਂਦੀਆਂ ਆ, ਬਾਰ-ਬਾਰ ਤੁਹਾਡੇ ਸਰੀਰ ਦੇ ਵਿੱਚ ਇਨਫੈਕਸ਼ਨਸ ਹੋ ਜਾਂਦੀਆਂ। ਫਿਰ ਤੁਹਾਨੂੰ ਕੋਲਡਸ ਰਹਿੰਦੀ ਆ, ਨਜ਼ਲਾ ਜ਼ੁਕਾਮ ਤੁਹਾਡਾ ਹਟਦਾ ਹੀ ਨਹੀਂ ਹੈ। ਫਿਰ ਤੁਹਾਡੇ ਸਟਮਕ ਪ੍ਰੋਬਲਮਸ ਹੋ ਜਾਂਦੀਆਂ ਆ ਬਾਰ-ਬਾਰ ਜਿਹੜੀਆਂ ਹੈਗੀਆਂ। ਇਹ ਕੁਛ ਇੱਕ ਸਾਇੰਸ ਜਿਹੜੇ ਹੈਗੇ ਆ ਇਹ ਬਾਰ-ਬਾਰ ਤੁਹਾਨੂੰ ਹੁੰਦੇ ਆ ਔਰ ਇਹਦਾ ਕਾਰਨ ਜਿਹੜਾ ਹੈਗਾ ਤੁਹਾਡੀ ਇਮਿਊਨਿਟੀ ਜਿਹੜੀ ਆ ਉਹ ਔਰ ਲੋ ਹੈਗੀ ਆ। ਔਰ ਇੱਕ ਜਿਹੜੀ ਸਭ ਤੋਂ ਜ਼ਿਆਦਾ ਏਡਸ ਦੀ ਬਿਮਾਰੀ ਹੈ ਉਹ ਵੀ ਸਾਡੀ ਇਮਿਊਨਿਟੀ ਦੀ ਮਤਲਬ ਲੋ ਇਮਿਊਨਿਟੀ ਦੇ ਕਾਰਨ ਹੁੰਦੀ ਆ। ਔਰ ਕੋਈ ਵੀ ਜਿਹੜੀ ਬਿਮਾਰੀ ਹੈਗੀ ਆ ਜਿਹਨੂੰ ਅਸੀਂ ਕਹਿੰਦੇ ਆ ਕਿ ਓਪੋਰਚੁਨਿਸਟਿਕ ਇਨਫੈਕਸ਼ਨ ਜਿਹੜੀ ਹੈਗੀ ਆ, ਜਿਹੜੀ ਕਿ ਆਮ ਲੋਕਾਂ ਨੂੰ ਨਹੀਂ ਹੋ ਸਕਦੀ, ਉਹ ਇਹਨਾਂ ਲੋਕਾਂ ਨੂੰ ਹੋ ਜਾਂਦੀਆਂ ਆ। ਨਾਰਮਲ ਲੋਕਾਂ ਨੂੰ ਤਾਂ
ਇਨਫੈਕਸ਼ਨ ਜਿਹੜੀ ਹੈਗੀ ਆ ਉਹ ਰਜਿਸਟ ਹੁੰਦੀ ਆ ਕਿ ਬਾਡੀ ਦੇ ਵਿੱਚ ਇਮਿਊਨਿਟੀ ਹੁੰਦੀ ਆ, ਉਹ ਤੋਂ ਬਚਾਅ ਹੋ ਜਾਂਦਾ। ਇਹਨਾਂ ਲੋਕਾਂ ਨੂੰ ਉਹ ਬਚਾਅ ਨਹੀਂ ਹੁੰਦਾ ਔਰ ਉਹ ਕੋਈ ਵੀ ਜਿਹੜੀ ਕਹਿੰਦੇ ਆ ਤੁਰੀ ਜਾਂਦੀ ਇਨਫੈਕਸ਼ਨ ਜਿਹੜੀ ਆ ਉਹ ਹੋ ਜਾਂਦੀ ਹੈ ਜੀ ਸੋ ਇਸ ਤਰ੍ਹਾਂ ਦੀ ਹੈ ਜੀ। ਤੇ ਸਾਡੇ ਕੋਲ ਡਾਕਟਰ ਸਾਹਿਬ ਕੁਐਸਚਨਸ ਆਏ ਹੈਗੇ ਆ ਤੇ ਆਪਾਂ ਇਹਨਾਂ ਨੂੰ ਲੈ ਲੈਣੇ ਹੈਗੇ ਆ। ਤੇ ਕਰਨਵੀਰ ਜੀ ਪਲੀਜ਼ ਆਪਣੀ ਜਿਹੜੀ